ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ ਔਰ ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਕਹਿੰਦੇ ਅੱਜ ਦੇ ਅਪਡੇਟ ਪਾਕਿਸਤਾਨ 'ਚ। ਔਰ ਅੱਜ ਦਾ ਅਪਡੇਟ ਪਾਕਿਸਤਾਨ ਜਦੋਂ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਉਦੋਂ ਅਮਰੀਕਾ ਦੇ ਵਿੱਚ 6 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 7 ਫਰਵਰੀ 2026 ਦਾ ਦਿਨ ਜਿਹੜਾ ਉਹ ਚੜ੍ਹ ਚੁੱਕਿਆ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੇ 24 ਘੰਟੇ ਦੀਆਂ ਵੱਡੀਆਂ ਖਬਰਾਂ ਔਰ ਉਹਨਾਂ ਦਾ ਨਿਚੋੜ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਔਰ ਇਹ ਖਬਰਾਂ ਅਸੀਂ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਹਲੇ ਇਸਲਾਮਾਬਾਦ ਇਮਾਮ ਵਾੜੇ 'ਚ ਧਮਾਕਾ, 32 ਹਲਾਕਤਾਂ, 170 ਫੱਟਰ, ਹਲਾਕਤਾਂ ਵਧਣ ਦੀ ਚਿੰਤਾ ਵੀ ਆਵੇ। ਕੀ ਜਾਣਕਾਰੀ ਮਸੂਦ ਤੁਹਾਡੇ? ਜਾਣਕਾਰੀ ਇਹ ਜੀ, ਕੱਲ ਜੁਮਾ ਸੀਗਾ, ਜਿੱਦਾਂ ਸ਼ੁੱਕਰਵਾਰ ਦਾ ਦਿਨ ਸੀਗਾ। ਇੱਕ ਕਹਿ ਲਓ ਕਿ ਦੁਪਹਿਰ ਦੀ ਨਮਾਜ਼ ਆ ਜਿਹੜੀ ਉਹ ਸਾਰੇ ਮੁਸਲਮਾਨਾਂ ਦੇ ਫਿਰਕੇ ਨੇ ਜਿਹੜੇ ਸਾਰਾ ਇਹ ਰਲ ਕੇ ਪੜ੍ਹਦੇ ਨੇ, ਇਕੱਠ ਹੁੰਦਾ ਹੈ। ਉਹਦੇ 'ਚ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਪ੍ਰੇਅਰ ਨੂੰ ਅਦਾ ਕਰੇ। ਸੋ ਜੁਮੇ ਦੀ ਨਮਾਜ਼ ਆ ਜਿਹੜਾ ਸ਼ੀਆ ਭਾਈਚਾਰਾ ਪੜ੍ਹਿਆ ਸੀ ਇਸ ਇਮਾਮਵਾੜੇ ਦੇ ਵਿੱਚ। ਇਹ ਤਰਲਈ ਕਲਾਂ ਇਲਾਕਾ ਹੈ ਇਸਲਾਮਾਬਾਦ ਦਾ। ਔਰ ਉੱਥੇ 3 ਲੋਕ ਨੇ ਜਿਹੜੇ ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਆਈ ਹੈ ਉਹਦੇ ਮੁਤਾਬਕ 1:37 ਔਰ ਕੋਈ 40-42 ਸਕਿੰਟਾਂ ਤੇ ਇਹ ਤੁਰਦੇ ਹੋਏ ਇਮਾਮਵਾੜੇ ਦੇ ਅੰਦਰ ਜਾਂਦੇ ਨੇ। ਤਿੰਨਾਂ ਦੇ ਵਿੱਚੋਂ 2 ਨੇ ਜਿਹੜੇ ਉਹ ਫਾਇਰਿੰਗ ਕਰਕੇ ਤੇ ਉੱਥੇ ਅਫਰਾ ਤਫਰੀ ਕਰਕੇ ਤਵੱਜੋ ਗਾਰਡਸ ਨੇ ਜਿਹੜੇ ਜਾਂ ਸਿਕਿਉਰਿਟੀ ਵਾਲੇ ਨੇ ਜਿਹੜੇ ਆਪਣੇ ਹੱਲ ਕਰਦੇ ਨੇ। ਇਹ ਤੀਜਾ ਆ ਜਿਹੜਾ ਆ ਮਾਰੂ ਇਹ ਨੱਸ ਕੇ ਤੇ ਨਮਾਜ਼ ਨੀਤੀ ਬੈਠੇ ਜਿਹੜੇ ਲੋਕ ਨੇ ਉਹਨਾਂ 'ਚ ਹੁੰਦਾ, ਕਹਿੰਦੇ ਨੇ ਕਿ ਪਹਿਲਾ ਸਜਦਾ, ਪਹਿਲਾ ਹੀ ਮੱਥਾ ਹਜੇ ਉਹਨਾਂ ਨੇ ਟੇਕਿਆ ਸੀਗਾ ਤੇ ਇਹਨੇ ਜਾ ਕੇ ਖੁਦ ਨੂੰ ਉੱਥੇ ਧਮਾਕੇ ਦੇ ਨਾਲ ਉਡਾ ਦਿੱਤਾ। ਉਹ ਧਮਾਕੇ ਦੇ ਵਿੱਚ 170 ਲੋਕ ਫੱਟਰ ਔਰ 31 ਲੋਥਾਂ ਨੇ ਜਿਹੜੀਆਂ ਲਾਸ਼ਾਂ ਨੇ ਜਿਹੜੀਆਂ ਉਹ ਗਈਆਂ ਸੀਗੀਆਂ ਹਸਪਤਾਲ, ਪਿੰਮਸ ਹਸਪਤਾਲ। ਹੁਣ ਆਖਿਆ ਗਿਆ ਹੈ ਕਿ 32 ਹਲਾਕਤਾਂ ਹੋ ਗਈਆਂ। ਹੋ ਸਕਦਾ ਜਦੋਂ ਅਸੀਂ ਇਹ ਖਬਰਾਂ ਦੇਣ ਡਏ ਹੋਈਏ ਕਿਉਂਕਿ 29 ਲੋਕਾਂ ਦੀ ਜਾਨ ਹੈ ਜਿਹੜੀ ਉਹ ਸਖਤ ਖਤਰੇ 'ਚ ਦੱਸੀ ਜਾ ਰਹੀ ਸੀਗੀ, ਸਖਤ ਚਿੰਤਾ ਜ਼ਾਹਰ ਕੀਤੀ ਜਾ ਰਹੀ ਸੀ। ਆਖਿਆ ਜਾ ਰਿਹਾ ਸੀਗਾ ਕਿ ਹਲਾਕਤਾਂ ਨੇ ਜਿਹੜੀਆਂ ਇਹ ਵੱਧ ਸਕਦੀਆਂ ਨੇ ਤੇ ਹੋ ਸਕਦਾ ਹੈ ਕਿ ਜਦੋਂ ਤੱਕ ਅਸੀਂ ਖਬਰ ਪੜਾਈ ਹੈ 32 ਤੋਂ ਉੱਤੇ ਵੀ ਇਹ ਚਲੀਆਂ ਗਈਆਂ। ਹੁਣ 170 ਤੇ ਲਾਗੇ ਚਾਗੇ ਨੇ ਜਿਹੜੇ ਫੱਟਰ ਨੇ। ਮੁੱਢਲੀ ਇਤਲਾਹ ਜਿਹੜੀ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਬਲੋਚ ਅੱਤਗਰਦ ਨੇ ਜਿਹੜੇ ਉਹ ਨੇ। ਇਹ ਪਾਕਿਸਤਾਨ ਦੇ ਫੈਡਰਲ ਮਿਨਿਸਟਰ ਤਲਾਲ ਚੌਧਰੀ ਨੇ ਜਿਹੜੇ ਉਹਨਾਂ ਦੇ ਬਿਆਨ ਬਾਬਤ ਮੈਂ ਇਹ ਗੱਲ ਕਰ ਰਿਹਾ ਉਹਨਾਂ ਦੇ ਬਕੌਲ। ਪਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਵੀ ਰਿਪੋਰਟ ਆਈ ਹੈ ਕਿ ਇੰਟਰਨੈਸ਼ਨਲ ਪਾਬੰਦੀ ਲੱਗੀ ਤਨਜ਼ੀਮ ਦਾਇਸ਼ ਜਿਹਨੂੰ IS ਆਖਿਆ ਜਾਂਦਾ ਉਹਨੇ ਇਸ ਹਮਲੇ ਦੀ ਜ਼ਿੰਮੇਵਾਰੀ ਜਿਹੜੀ ਉਹ ਕਬੂਲੀ ਹੈ। ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਹੈ ਕਿ ਇਹ ਹਮਲਾ ਕਰਨ ਵਾਲਾ ਜਿਹੜਾ ਇਹ ਹੈ ਤੇ ਪਾਕਿਸਤਾਨੀ ਸੀ, ਪਰ ਇਹ ਬਾਰ-ਬਾਰ ਅਫਗਾਨਿਸਤਾਨ ਜਾਂਦਾ ਰਿਹਾ। ਇਹਦੀ ਟਰੈਵਲ ਹਿਸਟਰੀ ਹੈ ਜਿਹੜੀ ਉਹ ਆ ਗਈ ਹੈ, ਜਿਹਦੇ ਤੋਂ ਇਹ ਸਾਬਤ ਹੁੰਦਾ ਕਿ ਅਫਗਾਨਿਸਤਾਨ 'ਚ ਇਹਨੇ ਅੱਤਗਰਦੀ ਦੀ ਟ੍ਰੇਨਿੰਗ ਹੈ ਜਿਹੜੀ ਉਹ ਲਈ ਔਰ ਉਸ ਤੋਂ ਬਾਅਦ ਇਹਨੇ ਇਹ ਧਮਾਕਾ ਹੈ ਜਿਹੜਾ ਇਹ ਕੀਤਾ। ਸ਼ਨਾਖਤ ਜ਼ਾਹਰ ਨਹੀਂ ਕੀਤੀ ਜਾ ਰਹੀ। ਹੁਣ ਸ਼ਨਾਖਤ ਜਦੋਂ ਜ਼ਾਹਰ ਕਰਨਗੇ ਤੇ ਅਸੀਂ ਉਸ ਬਾਰੇ ਵੀ ਜਾਣਕਾਰੀ ਦਾਂਗੇ। ਪਰ ਬੜਾ ਦੁੱਖ ਦੇਣ ਵਾਲਾ ਇਹ ਲਮਹਾ ਆ, ਬੜੀ ਜਿਹਨੂੰ ਕਹਿੰਦੇ ਨੇ ਕਿ ਦਰਦਨਾਕ ਖਬਰ ਹੈ ਕਿ ਉਦੋਂ ਜਦੋਂ ਸਾਰੇ ਰੱਬ ਦੇ ਅੱਗੇ ਝੁਕੇ ਹੋਣ, ਬੇਸ਼ੱਕ ਕਿਸੇ ਵੀ ਫਿਰਕੇ ਦੇ ਨੇ, ਇਹ ਇੱਕ ਧਾਰਮਿਕ ਆਜ਼ਾਦੀ ਹੈ ਜਿਹੜੀ ਉਹ ਤਾਂ ਸਭ ਨੂੰ ਹੈ ਨਾ, ਉਹਦੇ ਉੱਤੇ ਕੋਈ ਕਦਗਨ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਕਿ ਇੰਨੇ ਲੋਕ ਇਸ ਫਿਰਕੇ ਦੇ ਇਸ ਮਸਲਕ ਦੇ ਇਕੱਠੇ ਹੋਏ ਹੋਣਗੇ, ਉਹਨਾਂ ਨੂੰ ਇਹ ਨਿਸ਼ਾਨਾ ਬਣਾਉਣਾ ਦਰਿੰਦਗੀ ਹੈ। ਸੋ ਇਹ ਦਰਿੰਦਗੀ ਹੈ ਜਿਹੜੀ ਇਹ ਕੀਤੀ ਗਈ ਹੈ, ਜਿਹੜੀ ਇਸਲਾਮਾਬਾਦ ਸ਼ਹਿਰ ਨੂੰ ਖੂਨ ਖਰਾਬੇ ਦੇ ਵਿੱਚ ਜਾਂ ਲਹੂ ਰੰਗ ਦੇ ਵਿੱਚ ਲਪੇਟ ਗਈ ਹੈ ਜੀ। 8 ਫਰਵਰੀ ਨੂੰ ਮੁਲਕ ਭਰ 'ਚ ਇਮਰਾਨ ਖਾਨ ਦੀ ਪਾਰਟੀ ਵੱਲੋਂ ਪਹੀਆ ਜਾਮ ਹੜਤਾਲ ਦਾ ਐਲਾਨ ਸੀ। ਮੌਲਾਨਾ ਫਜ਼ਲੁਰ ਰਹਿਮਾਨ ਨੇ ਵੀ ਸਾਥ ਦੇਣ ਦਾ ਐਲਾਨ ਕੀਤਾ ਸੀ ਤੇ ਇਮਰਾਨ ਖਾਨ ਹੋਰਾਂ ਦੀ ਮੈਡੀਕਲ ਰਿਪੋਰਟ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਦੇ ਦਿੱਤੀ ਗਈ। ਅਸਲ ਦੇ ਵਿੱਚ ਪ੍ਰਵੀਨ ਪਹਿਲਾਂ ਮੌਲਾਨਾ ਫਜ਼ਲੁਰ ਰਹਿਮਾਨ ਤਿਆਰ ਨਹੀਂ ਸਨ। ਹੜਤਾਲ ਦੀ ਕਾਲ ਤਾਂ ਇਹਨਾਂ ਦਿੱਤੀ ਸੀਗੀ ਨਾ, ਆਖਿਆ ਪਹੀਆ ਜਾਮ ਵੀ ਰੱਖਣਾ ਹੈ। ਐਤਵਾਰ ਵਾਲੇ ਦਿਨ ਅੱਧੀਆਂ ਦੁਕਾਨਾਂ ਵੈਸੇ ਹੀ ਬੰਦ ਹੁੰਦੀਆਂ ਨੇ। ਉਧਰੋਂ ਮਰੀਮ ਨਵਾਜ਼ ਹੋਣੇ ਜਿਹੜੇ ਉਹਨਾਂ ਨੇ ਇਹ ਮੱਚ ਮੱਠਾ ਪਾਉਣ ਵਾਸਤੇ ਰੋਕਣ ਵਾਸਤੇ ਬਸੰਤ ਐਲਾਨ ਕਰਤੀ ਹੈ। ਹੁਣ ਇਸਲਾਮਾਬਾਦ ਧਮਾਕੇ ਤੋਂ ਬਾਅਦ ਉਹ ਕੈਂਸਲ ਕਰ ਦਿੱਤਾ ਗਿਆ ਸਭ ਕੁਝ। ਖੈਰ ਸਿਆਸਤ ਨੂੰ ਸਿਆਸਤ ਦੇ ਨਾਲ ਕੱਟਿਆ ਜਾ ਰਿਹਾ ਸੀਗਾ। ਮੌਲਾਨਾ ਫਜ਼ਲੁਰ ਰਹਿਮਾਨ ਹੋਣੇ ਸਨ, ਕੋਈ ਇਹ ਨਾ ਸਨ ਉਹਨਾਂ ਦੀਆਂ, ਜਾਂ ਉਹ ਆਪਣਾ ਭਾਰ ਵਹਾਣਾ ਚਾਹ ਰਹੇ ਸਨ, ਜਾਂ ਕੀ ਕੱਲ ਮਹਿਮੂਦ ਖਾਨ ਅਚਕਜ਼ਈ ਹੋਣੇ ਤੁਰ ਕੇ ਉਹਨਾਂ ਦੇ ਘਰ ਚਲੇ ਗਏ ਕਿ ਦੇਖੋ ਇਹ ਹੈ ਆ। ਉੱਥੇ ਕੁਛ ਆਪਸ ਦੇ ਵਿੱਚ ਜ਼ਿਹਨ ਜਿੱਥੇ ਮਿਲਦੇ ਹੋਣਗੇ ਉੱਥੇ ਗੱਲਬਾਤ ਕੀਤੀ ਗਈ। ਉਸ ਗੱਲਬਾਤ ਤੋਂ ਬਾਅਦ ਮੌਲਾਨਾ ਫਜ਼ਲੁਰ ਰਹਿਮਾਨ ਨੇ ਬਾਹਰ ਆ ਕੇ ਮਹਿਮੂਦ ਖਾਨ ਅਚਕਜ਼ਈ ਔਰ ਬਾਕੀ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਲੋਕ ਸਨ ਉਹਨਾਂ ਨਾਲ ਰਲ ਕੇ ਪ੍ਰੈਸ ਤੇ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਆਖਿਆ ਜੀ ਮੈਂ ਇਹ ਚਾਹੁੰਦਾ ਸਾਂ ਇਹ ਜਲਸਾ ਕਰਨ, ਇਹ ਜਲਸਾ ਕਰਨ ਤੇ ਐਗਰੀ ਨਹੀਂ ਸਨ ਤੇ ਮੈਂ ਇਸ ਗੱਲ ਦਾ ਕਹਿ ਲਓ ਕਿ ਇਨਕਾਰੀ ਸਾਂ ਕਿ ਨਹੀਂ ਜੀ ਤੁਹਾਨੂੰ ਪਹੀਆ ਜਾਮ ਹੜਤਾਲ ਨਹੀਂ ਕਰਨੀ ਚਾਹੀਦੀ। ਪਰ ਹੁਣ ਅਸੀਂ ਆਪਸ ਚ ਬਹਿ ਕੇ ਗੱਲਬਾਤ ਕੀਤੀ ਹੈ, ਅਸੀਂ ਜਲਸਾ ਕਰਨ ਵਾਲੀ ਮੰਗ ਤੋਂ ਪਰਾਂ ਹੁੰਨੇ ਆ ਔਰ ਅਸੀਂ ਇਹ ਐਲਾਨ ਕਰਨੇ ਆ ਕਿ 8 ਫਰਵਰੀ ਨੂੰ ਮੁਲਕ ਭਰ ਦੇ ਵਿੱਚ ਪਹੀਆ ਜਾਮ ਹੜਤਾਲ ਹੈ ਜਿਹੜੀ ਉਹਦੇ ਚ ਅਸੀਂ ਪਾਕਿਸਤਾਨ ਤਹਿਰੀਕ ਇਨਸਾਫ ਹੈ ਜਿਹੜੀ ਔਰ ਮਹਿਮੂਦ ਖਾਨ ਅਚਕਜ਼ਈ ਹੋਣੇ ਔਰ ਬਾਕੀ ਵੀ
ਹੁਕਮਰਾਨ ਧੜੇ ਦੀਆਂ ਮੁਖਾਲਫ ਸਿਆਸੀ ਪਾਰਟੀਆਂ ਨੇ ਜਿਹੜੀਆਂ ਅਸੀਂ ਉਹਨਾਂ ਦੇ ਨਾਲ ਜੁੜ ਕੇ ਖਲੋਵਾਂਗੇ ਔਰ ਅਸੀਂ ਅੱਗੇ ਆ। ਇਹ ਐਲਾਨ ਹੁਣ ਬਕਾਇਦਾ ਜਿਹੜਾ ਹੋ ਗਿਆ ਆ। ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਇੱਥੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਕਿ 8 ਫਰਵਰੀ ਆ ਜਿਹੜਾ ਇਹ ਉਹ ਦਿਨ ਜਦੋਂ ਇਸ ਸਰਕਾਰ ਨੂੰ ਰਾਜ ਸਾਂਭਿਆਂ 2 ਸਾਲ ਪੂਰੇ ਹੋ ਜਾਣੇ ਆ ਔਰ ਇਹ 2 ਸਾਲ ਨੇ ਜਿਹੜੇ 8 ਫਰਵਰੀ 2024 ਨੂੰ ਜਦੋਂ ਚੋਣਾਂ ਹੋਈਆਂ ਸਨ, ਇਹ ਧੱਕੇ ਦੀਆਂ ਚੋਣਾਂ, ਨਤੀਜੇ ਬਦਲੇ ਗਏ, ਫਾਰਮ 45 ਤੋਂ 47 ਵਾਲੇ ਇਹ ਲੋਕਾਂ ਦੇ ਕਹਿ ਲਵੋ ਕਿ ਮੈਂਡੇਟ ਦੇ ਉੱਤੇ ਕਬਜ਼ਾ ਕਰਕੇ ਸਰਕਾਰ ਬਣਾਈ ਗਈ ਹੈ ਔਰ ਅਸੀਂ ਇਹਦੇ ਖਿਲਾਫ ਆ। ਅਸੀਂ ਪਹਿਲਾਂ ਵੀ ਹੱਕ ਦੀ ਗੱਲ ਕੀਤੀ, ਹੁਣ ਵੀ ਅਸੀਂ ਕਰਾਂਗੇ ਕਿ ਲੋਕਾਂ ਦੇ ਮੈਂਡੇਟ ਦੇ ਉੱਤੇ ਡਾਕਾ ਮਾਰਿਆ ਗਿਆ ਹੈ। ਤੇ ਨਾਲ ਹੀ ਉਹ ਜਿਹੜੀ ਰਿਪੋਰਟ ਦੀ ਤੁਸੀਂ ਗੱਲ ਕੀਤੀ ਇਮਰਾਨ ਖਾਨ ਦੀ, ਜਿਹੜਾ ਉਹ ਪਹਿਲਾਂ ਨਾ ਮੁਲਾਕਾਤ ਕਰਨ ਦਿੱਤੀ ਜਾ ਰਹੀ, ਨਾ ਪਹੁੰਚ ਦਿੱਤੀ ਜਾ ਰਹੀ, ਹੁਣ ਬਾਕਾਇਦਾ ਜਿਹੜੇ ਇਤਲਾਮਾਤ ਤੇ ਬ੍ਰੌਡਕਾਸਟਿੰਗ ਦੇ ਵਜ਼ੀਰ ਨੇ ਅਤਾ ਤਾਰਨ ਹੋਣੇ, ਉਹਨਾਂ ਨੇ ਇਹ ਤਸਦੀਕ ਕਰ ਦਿੱਤੀ ਹੈ ਕਿ ਪਿਮਸ ਹਸਪਤਾਲ ਦੇ ਜਿਹੜੇ ਆਲਾ ਜ਼ਿੰਮੇਦਾਰ ਨੇ ਉਹਨਾਂ ਵੱਲੋਂ ਇਮਰਾਨ ਖਾਨ ਦੀ ਜਿਹੜੀ ਮੈਡੀਕਲ ਰਿਪੋਰਟ ਆ ਉਹ ਉਹਨਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਪਰਿਵਾਰ ਤੋਂ ਬਰਾਤ ਉਹਨਾਂ ਦੀਆਂ ਭੈਣਾਂ ਹੀ ਹੋਣਗੀਆਂ। ਇਹਦੇ ਵਿੱਚ ਇਹ ਰਿਪੋਰਟ ਆ ਜਿਹੜੀ ਮੈਂ ਪਹਿਲਾਂ ਦੇ ਆਪਣੇ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਔਰ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਦੱਸਦਾ ਜਾਵਾਂ ਕਿ ਇਹਦੇ ਚ ਇਹ ਆਖਿਆ ਗਿਆ ਹੈ ਕਿ ਇਮਰਾਨ ਖਾਨ ਨੂੰ ਹਸਪਤਾਲ ਚੈੱਕਅਪ ਵਾਸਤੇ ਉਹਨਾਂ ਦੀ ਆਪਣੀ ਸਲਾਹ ਦੇ ਉੱਤੇ ਲਿਆਂਦਾ ਗਿਆ ਕਿਉਂਕਿ ਉਹਨਾਂ ਨੇ ਆਪਣੀ ਅੱਖ ਦੇ ਵਿੱਚ ਦਰਦ ਔਰ ਘੱਟ ਨਜ਼ਰ ਆਉਣ ਦੀ ਸ਼ਿਕਾਇਤ ਕੀਤੀ। ਜੇਲ੍ਹ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾ ਰਹੀ ਸੀ ਪਰ ਉਸ ਇਲਾਜ ਤੋਂ ਉਹ ਕੋਈ ਤਸੱਲੀ ਚ ਨਹੀਂ ਸਨ। ਇਸ ਤੋਂ ਬਾਅਦ ਉਹਨਾਂ ਨੂੰ ਪਿਮਸ ਹਸਪਤਾਲ ਲਿਆਂਦਾ ਗਿਆ ਔਰ ਇੱਥੇ ਉਹਨਾਂ ਦੀ ਅੱਖ ਦਾ ਮੁਆਇਨਾ ਜਿਹੜਾ ਉਹ ਕੀਤਾ ਗਿਆ। ਡਾਕਟਰਾਂ ਦੀ ਸਿਫਾਰਿਸ਼ ਦੇ ਉੱਤੇ ਜਿਹੜਾ ਕੋਈ ਮੁਨਾਸਿਬ ਇਲਾਜ ਸੀ। ਹਜੇ ਵੀ ਨਹੀਂ ਦੱਸਿਆ ਜਾ ਰਿਹਾ ਕਿ ਆਪਰੇਸ਼ਨ ਹੋਇਆ ਕਿ ਨਹੀਂ ਹੋਇਆ, ਹਜੇ ਵੀ ਨਹੀਂ ਦੱਸਿਆ ਜਾ ਰਿਹਾ ਕਿ ਆਪਰੇਟ ਕੀਤਾ ਕਿ ਨਹੀਂ ਕੀਤਾ। ਜੇ ਮੁਨਾਸਿਬ ਇਲਾਜ ਕਰਕੇ ਤੇ ਫਿਰ ਉਹਨਾਂ ਨੂੰ ਜੇਲ੍ਹ ਦੇ ਹਸਪਤਾਲ 'ਚ ਜਿਹੜਾ ਅਪੜਾ ਦਿੱਤਾ ਗਿਆ। ਇਹ ਰਿਪੋਰਟ ਆ ਜਿਹੜੀ ਇਹ ਹੁਣ ਕਹਿ ਲਵੋ ਕਿ ਚੇਅਰਮੈਨ ਨੇ ਜਿਹੜੇ ਇਸ ਵੇਲੇ ਪਾਰਟੀ ਪ੍ਰਧਾਨ ਨੇ ਪਾਕਿਸਤਾਨ ਤਹਿਰੀਕ ਇਨਸਾਫ ਗੋਹਰ ਹੋਣੇ, ਬੈਰਿਸਟਰ ਗੋਹਰ ਹੋਣੇ, ਉਹਨਾਂ ਦੇ ਹਵਾਲੇ ਵੀ ਕੀਤੀ ਗਈ ਹੈ ਔਰ ਹਲੀਮਾ ਖਾਨ ਹੋਣੇ ਨੇ ਜਿਹੜੀਆਂ ਉਹਨਾਂ ਦੇ ਵੀ ਸਪੁਰਦ ਕੀਤੀ ਗਈ ਹੈ। ਸੋ ਇਮਰਾਨ ਖਾਨ ਦੇ ਨਾਲ ਜੁੜੀਆਂ ਇਹ 2 ਖਬਰਾਂ ਸੰਗੇ ਮੌਲਾਨਾ ਫਜ਼ਲ ਰਹਿਮਾਨ ਵੀ ਤਿਆਰ ਹੋ ਗਏ ਨੇ ਤੇ ਰਿਪੋਰਟ ਆ ਜਿਹੜੀ ਔਰ ਇਸ ਰਿਪੋਰਟ ਦੇ ਬਾਰੇ ਬਾਕਾਇਦਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ ਕਿ ਸਾਨੂੰ ਉਹਨਾਂ ਦੀ ਸਿਹਤ ਦੇ ਬਾਰੇ ਹਨੇਰੇ 'ਚ ਰੱਖਿਆ ਜਾ ਰਿਹਾ, ਸਾਨੂੰ ਕਮ ਸੇ ਕਮ ਰਿਪੋਰਟ ਦਿੱਤੀ ਜਾਏ ਕਿ ਉਹ ਕਿਸ ਹਾਲ 'ਚ ਹੈ ਔਰ ਕੀ ਮਾਮਲਾਤ ਨੇ, ਸਾਨੂੰ ਉਹਦੇ ਤੋਂ ਉਹਲਾ ਕਿਉਂ ਕਰਾਇਆ ਜਾ ਰਿਹਾ ਜਾਂ ਸਾਡੇ ਵੱਲੋਂ ਉਹ ਰਿਪੋਰਟ ਦੇ ਮਾਮਲੇ 'ਚ ਜਾਂ ਉਹ ਜਾਣਕਾਰੀ ਵੱਲੋਂ ਕਿਉਂ ਘੁੰਡ ਕੱਢ ਕੇ ਬੈਠੀ ਸਰਕਾਰ ਨੂੰ ਪਾਬੰਦ ਕਰੋ ਕਿ ਉਹ ਸਾਨੂੰ ਅਸਲ ਹਕੀਕਤਾਂ ਨੇ ਜਿਹੜੀਆਂ ਉਹ ਦੱਸੇ। ਜੀ ਮਰੀਮ ਨਵਾਜ਼ ਨੇ ਲਾਹੌਰ ਹਾਈ ਕੋਰਟ 'ਚ ਅਪੀਲ ਕੀਤੀ ਸੀ ਕਿ ਨੈਬ ਦੇ ਮਹਿਕਮੇ ਕੋਲ ਪਿਆ ਮੇਰਾ 7 ਕਰੋੜ ਰੁਪਇਆ ਜਿਹੜਾ ਹੈ ਉਹ ਵਾਪਸ ਕੀਤਾ ਜਾਏ। ਕੀ ਬਣਿਆ ਹੈ ਇਸ ਗੱਲ ਦਾ? ਅਸਲ ਦੇ ਵਿੱਚ ਚੌਧਰੀ ਸ਼ੂਗਰ ਮਿਲ, ਰਮਜ਼ਾਨ ਸ਼ੂਗਰ ਮਿਲ ਇਹਦੇ 'ਚ ਹਿੱਸਾਦਾਰੀ ਤੇ ਹੈ ਸੀ ਜੀ ਇਹਨਾਂ ਦੀ। ਜ਼ਾਹਰ ਹੈ ਚੌਧਰੀ ਬਰਾਦਰਾਨ ਜਾਂ ਨਵਾਜ਼ ਸ਼ਰੀਫ ਉਹਨਾਂ ਦੇ ਪਰਿਵਾਰਾਂ ਦੀਆਂ ਇਹ ਸ਼ੂਗਰ ਮਿਲਾਂ ਨੇ। ਜਦੋਂ ਗੰਨੇ ਦਾ ਸੀਜ਼ਨ ਹੁੰਦਾ ਹੈ ਇਹ ਬਹੁਤ ਕੁਝ ਸਕੈਂਡਲ ਸਾਹਮਣੇ ਆਇਆ ਇਮਰਾਨ ਖਾਨ ਦੇ ਦੌਰ ਦੇ ਵਿੱਚ। ਕਹਿ ਲਓ ਕਿ ਗੰਨੇ ਦੇ ਕਾਸ਼ਤਕਾਰਾਂ ਦੇ ਪੈਸੇ ਮਰੇ, ਮਜ਼ਦੂਰਾਂ ਦੇ ਮਰੇ, ਪੇਮੈਂਟਾਂ ਨਾ ਹੋਈਆਂ, ਸਭ ਕੁਝ ਹੋਇਆ। ਫਿਰ ਇਹਨਾਂ ਦੇ ਕੇਸ ਬਣਿਆ, ਕੇਸ ਦੇ ਵਿੱਚ ਜਿਹੜੀ ਮਲਕੀਅਤ ਇਹਨਾਂ ਦੀ ਸੀਗੀ ਉਹਦੇ 'ਚ ਜ਼ਮਾਨਤ ਦੇ ਤੌਰ ਤੇ 7 ਕਰੋੜ ਰੁਪਈਆ ਜਿਹੜਾ ਉਹ ਨੈਬ ਦੇ ਮਹਿਕਮੇ ਕੋਲ ਰੱਖਿਆ। ਫਿਰ ਵਕਤ ਬਦਲਿਆ, ਇਮਰਾਨ ਖਾਨ ਦੀ ਗ੍ਰਿਫਤਾਰੀ ਹੋਈ, ਸਾਰੇ ਮਾਮਲੇ ਹੋਏ। ਹੁਣ ਮਰੀਮ ਨਵਾਜ਼ ਹੋਣੇ ਨੇ ਜਿਹੜੇ ਜਿਨ੍ਹਾਂ ਨੇ ਉਹ ਮਹਿਕਮੇ ਦੇ ਵਿੱਚ ਜ਼ਾਹਰ ਹੈ ਮਰਜ਼ੀ ਦੇ ਹੀ ਸਰਕਾਰ ਦੇ ਅਫਸਰ ਲੱਗਦੇ ਨੇ, ਉਹ ਤੇ ਥੱਲੇ ਆ ਗਏ ਹੋਣਗੇ ਤੇ ਨਾਲ ਹੀ ਉਹਨਾਂ ਨੇ ਲਾਹੌਰ ਹਾਈ ਕੋਰਟ ਤੋਂ ਜਿਹਨੂੰ ਕਹਿੰਦੇ ਪੋਚਾ ਜਦੋਂ ਪੂਰਾ ਕਰਕੇ ਫੇਰਨਾ ਹੋਵੇ ਨਾ, ਅਫਸਰ ਆਪਣੇ ਲਾ ਲਵੋ, ਅਦਾਲਤ 'ਚ ਦਾਇਰ ਕਰ ਲਵੋ, ਅਫਸਰਾਂ ਨੂੰ ਉਹ ਤਲਬ ਕਰੇਗੀ ਅਦਾਲਤ, ਅਫਸਰ ਜਾ ਕੇ ਉਹੀ ਬਿਆਨ ਦੇਣਗੇ ਜਿਹੜਾ ਸਬਕ ਪੜਾਇਆ ਗਿਆ ਆ ਔਰ ਉਸ ਤੋਂ ਬਾਅਦ ਅਦਾਲਤ ਉਹਦੇ ਉੱਤੇ ਫੈਸਲਾ ਦੇ ਦੇਗੀ ਤੇ ਪੈਸੇ ਵਾਪਸ ਹੀ ਕਰਨੇ ਆ ਨਾ। ਤੇ ਉਹ ਮਹਿਕਮੇ ਕੋਲ ਵੈਸੇ ਲੈਣ ਦੇ ਵਿੱਚ ਗੈਰ ਕਾਨੂੰਨੀ ਸੀ। ਇਸ ਰਾਤ ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਜ਼ਮਾਨਤ ਦਾ ਪਿਆ 7 ਕਰੋੜ ਰੁਪਈਆ ਹੈ ਨੈਬ ਦੇ ਕੋਲ, ਉਹ ਮੈਨੂੰ ਵਾਪਸ ਦਵਾਇਆ ਜਾਏ। ਲਾਹੌਰ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਨੇ ਕਿ ਨੈਬ ਦਾ ਮਹਿਕਮਾ ਆ ਕੇ ਇੱਥੇ ਆਪਣੀ ਰਿਪੋਰਟ ਆ ਜਿਹੜੀ ਪੇਸ਼ ਕਰੇ ਕਿ ਜਿਹੜੇ ਪੈਸੇ ਸੀਐਮ ਪੰਜਾਬ ਮੰਗ ਰਹੀਆਂ ਨੇ ਜਾਇਜ਼ ਆ, ਦੇਣੇ ਚਾਹੀਦੇ ਨੇ, ਨਹੀਂ ਦੇਣੇ ਚਾਹੀਦੇ, ਜੋ ਵੀ ਉਹਨਾਂ ਦਾ ਹੈ ਆ ਤੇ ਉਹਨਾਂ ਵੱਲੋਂ ਰਿਪੋਰਟ ਤੇ ਅਦਾਲਤੇ ਆਉਂਦਿਆਂ ਆਉਣੀ ਹੈ। ਮੈਂ ਤੁਹਾਨੂੰ ਪਹਿਲਾਂ ਦੱਸਣ ਡਿਆ ਕਿ ਪੈਸੇ ਵਾਪਸ ਹੋ ਜਾਣੇ ਜੀ। 15 ਫਰਵਰੀ ਨੂੰ ਹੋਣ ਵਾਲੇ ਪਾਕਿਸਤਾਨ ਭਾਰਤ ਮੈਚ ਦਾ ਪਾਕਿਸਤਾਨ ਨੇ ਤਾਂ 2 ਟੋਕ ਬਾਈਕਾਟ ਕਰ ਦਿੱਤਾ ਹੈ ਪਰ ਬੈਕਡੋਰ 'ਚ ਅਜੇ ਵੀ ਕੁਝ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਨੇ। ਕੀ ਜਾਣਕਾਰੀ? ਜਾਣਕਾਰੀ ਇਹ ਕਿ ਪਾਕਿਸਤਾਨੀ ਕ੍ਰਿਕਟ ਟੀਮ ਜਿਹੜੀ ਇਸ ਵੇਲੇ ਸ੍ਰੀਲੰਕਾ ਹੈ, ਸ੍ਰੀਲੰਕਨ ਜ਼ਿੰਮੇਦਾਰ, ਉੱਥੋਂ ਦੇ ਕ੍ਰਿਕਟ ਬੋਰਡ ਦੇ ਜ਼ਿੰਮੇਦਾਰ, ਸਰਕਾਰੀ ਜ਼ਿੰਮੇਦਾਰ ਪਾਕਿਸਤਾਨੀ ਸਰਕਾਰੀ ਜ਼ਿੰਮੇਦਾਰਾਂ ਦੇ ਨਾਲ ਵੀ ਰਾਬਤੇ 'ਚ ਨੇ ਔਰ ਪਾਕਿਸਤਾਨੀ ਕ੍ਰਿਕਟ ਟੀਮ ਹੈ ਜਿਹੜੀ ਉਹਦੇ ਵੀ ਜ਼ਿੰਮੇਦਾਰਾਂ ਨੂੰ ਅਫੀਸ਼ੀਅਲੀ ਉਹ ਕਹਿ ਰਹੇ ਨੇ ਕਿ ਯਾਰ ਛੱਡੋ ਪਰਾਂ, ਬਾਈਕਾਟ ਕਰਤਾ ਤੁਸੀਂ, ਸਭ ਕੁਝ ਹੋ ਗਿਆ ਤੇ ਤੁਸੀਂ ਨਾ ਜ਼ਰਾ ਥੋੜਾ ਜਿਹਾ ਆਪਣੇ ਇਸ ਡਿਸੀਜਨ ਦੇ ਉੱਤੇ ਗੌਰ ਕਰੋ ਤੇ 15 ਤਰੀਕ ਅਜੇ ਆਪ ਨੇੜੇ ਆਣੀ ਹੈ ਤੇ ਖੇਡ ਲਵੋ, ਇਦਾਂ ਨਾ ਕਰੋ। ਜ਼ਾਹਰ ਹੈ ਕਿ ਇਸ ਮੈਚ ਦੀਆਂ ਟਿਕਟਾਂ ਨੇ, ਇਹਦੇ ਤੇ ਰੈਵਨਿਊ ਆ, ਇਹਦੇ ਬ੍ਰੌਡਕਾਸਟ ਰਾਈਟਸ ਨੇ ਜਿਹੜੇ ਉਹਨਾਂ ਦੇ ਉੱਤੇ ਇਹ ਸਾਰਾ ਮਾਮਲਾ ਹੈ। ਪਾਕਿਸਤਾਨ ਨੇ ਬੈਨ ਕਰ ਦਿੱਤਾ ਹੈ ਇੰਡੀਅਨ ਸਪੋਰਟਸ ਚੈਨਲਸ ਨੂੰ, ਬੰਗਲਾਦੇਸ਼ ਨੇ ਬੈਨ ਕਰ ਦਿੱਤਾ ਹੈ। ਨੁਕਸਾਨ ਤੇ ਆਈਸੀਸੀ ਨੂੰ ਵੱਡਾ ਹੈ। ਸੋ ਹੁਣ ਨਾਸਰ ਹੁਸੈਨ ਜਿਹੜੇ ਇੰਗਲੈਂਡ ਦੇ ਕ੍ਰਿਕਟਰ ਨੇ ਉਹਨਾਂ ਦਾ ਬਿਆਨ ਵੀ ਉਹ ਸਾਹਮਣੇ ਆਇਆ। ਉਹਨਾਂ ਆਖਿਆ ਕਿ ਜੇ ਬੰਗਲਾਦੇਸ਼ ਨੇ ਜਿੱਦਾਂ ਮੰਗ ਕੀਤੀ ਹੈ ਔਰ ਆਈਸੀਸੀ ਨੇ ਜਿੱਦਾਂ ਅੱਖਾਂ ਵਿਖਾਈਆਂ, ਜੇ ਇਹੋ ਹੀ ਮੰਗ ਇੰਡੀਆ ਕਹਿੰਦਾ ਕਿ ਸਾਡਾ ਥਾਂ ਟਿਕਾਣਾ ਬਦਲ ਦੋ ਤੇ ਕੀ ਆਈਸੀਸੀ ਵਿਖਾਉਂਦਾ? ਇਹ ਹੁਣ ਸਵਾਲ ਤੇ ਹੈ ਨੇ ਨਾ। ਇੰਡੀਆ ਵੱਲੋਂ ਸ਼ੁਰੂਆਤ ਹੋਈਆਂ, ਫਿਰ ਪਾਕਿਸਤਾਨ ਵੀ ਹੁਣ ਵੇਰ ਗਿਆ, ਬੰਗਲਾਦੇਸ਼ ਵੀ ਵੇਰ ਗਿਆ। ਬੈਕਡੋਰ ਤੋਂ ਸੁਣਿਆ ਕਿ ਇੰਡੀਆ ਵੀ ਰਾਬਤੇ 'ਚ ਹੈ। ਹੁਣ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਜ਼ਿੰਮੇਦਾਰਾਂ ਦੇ ਨਾਲ ਰਾਬਤੇ ਤੇ ਆ ਜਾਂ
ਕਿਸੇ ਤੀਸਰੇ ਚੈਨਲ ਦੇ ਜ਼ਰੀਏ ਕਿ ਯਾਰ ਇਹਨਾਂ ਨੂੰ ਕੋ ਬੰਦੇ ਦੇ ਪੁੱਤਰ ਬਣਨ, ਯਾਰ ਇਹਨਾਂ ਨੂੰ ਕੋ ਮੰਨ ਜਾਣ, ਇਹ ਕੁਝ ਚੱਲ ਰਿਹਾ ਹੈ ਜਿਹਦੀ ਬਕਾਇਦਾ ਤਸਦੀਕ ਜਿਹੜੀ ਹੋਈ ਹੈ। ਇਹ ਤਾਂ ਕਨਫਰਮ ਹੋ ਗਿਆ ਕਿ ਸ੍ਰੀਲੰਕਨ ਜ਼ਿੰਮੇਦਾਰ ਨੇ ਜਿਹੜੇ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਪਾਕਿਸਤਾਨੀ ਕ੍ਰਿਕਟ ਟੀਮ ਨੇ ਕਿਹਾ ਕਿ ਜੀ ਇਹ ਡਿਸੀਜਨ ਸਰਕਾਰ ਦਾ ਹੈ, ਸਰਕਾਰ ਨੇ ਖੇਡਣਾ ਨਹੀਂ ਖੇਡਣਾ, ਉਹਨਾਂ ਜੋ ਸਾਨੂੰ ਹੁਕਮ ਦਿੱਤਾ ਅਸੀਂ ਸਰਕਾਰੀ ਟੀਮ ਦੇ ਤੌਰ ਤੇ ਆਏ ਹਾਂ, ਇੰਡੀਵਿਜੂਅਲੀ ਨਹੀਂ। ਤੇ ਚੱਲ ਤੇ ਰਿਹਾ, ਨੁਕਸਾਨ ਪਾ ਰਹੇ ਨੇ ਆਪਣੇ ਮਫਾਦਾਂ ਵਾਸਤੇ। ਹੁਣ ਜਿਹਨੂੰ ਕਹਿੰਦੇ ਨੇ ਕਿ ਇਧਰੋਂ ਉਧਰੋਂ ਫੂਕਾਂ ਵੱਜ ਰਹੀਆਂ, ਪਰ ਮੇਰਾ ਖਿਆਲ ਹੈ ਕਿ ਇਦਾਂ ਹੋਣਾ ਨਹੀਂ ਗਾ ਹੈ। ਔਰ ਜੇ ਪਾਕਿਸਤਾਨ ਪਹਿਲੇ ਪੋਲ ਦੇ ਮੈਚ ਹਾਰ ਜਾਂਦਾ ਤੇ ਯਾਦ ਰੱਖੋ ਕਿ ਇਹ ਮੈਚ ਪਾਕਿਸਤਾਨ ਦੀਆਂ ਵੀ ਜੜ੍ਹਾਂ 'ਚ ਬਹਿਣਾ ਆ। ਪਾਕਿਸਤਾਨ ਅਗਲੇ ਰਾਊਂਡ ਵਾਸਤੇ ਕੁਆਲੀਫਾਈ ਵੀ ਨਹੀਂ ਕਰ ਸਕੇਗਾ, ਤੇ ਜੇ ਕੁਆਲੀਫਾਈ ਕਰ ਗਿਆ ਅੱਗੇ ਫਿਰ ਇੰਡੀਆ ਦੇ ਨਾਲ ਕਿਤੇ ਪੇਚ ਪੈ ਜਾਂਦਾ ਹੈ ਤੇ ਕੀ ਪਾਕਿਸਤਾਨ ਉਹਨਾਂ ਮੈਚਾਂ ਦਾ ਵੀ ਬਾਈਕਾਟ ਕਰੇਗਾ ਜਾਂ ਖੇਡੇਗਾ? ਇਹ ਸਵਾਲ ਦਾ ਜਵਾਬ ਹਜੇ ਬਾਕੀ ਜੀ। ਸੈਨੇਟ ਦੀ ਇੱਕ ਕਮੇਟੀ ਨੇ ਸਰਕਾਰ ਤੋਂ ਰਿਪੋਰਟ ਮੰਗੀ ਹੈ ਕਿ ਅਜੇ ਤੱਕ ਕਿੰਨੇ ਲੋਕਾਂ ਨੂੰ ਆਫਲੋਡ ਕੀਤਾ ਗਿਆ ਹੈ। ਸੁਣਿਆ ਪਿਛਲੇ 3 ਸਾਲ ਦੀ ਰਿਪੋਰਟ ਜਮ੍ਹਾਂ ਕਰਾ ਦਿੱਤੀ ਗਈ। ਪਹਿਲਾਂ ਤਾਂ ਜੀ ਇਹ ਸੀਗਾ ਕਿ ਸਾਲ 2025 ਚ ਹੀ ਸ਼ਾਇਦ ਲੋਕਾਂ ਨੂੰ ਆਫਲੋਡ ਕੀਤਾ ਜਾ ਰਿਹਾ ਹੈ, ਕਿਉਂਕਿ ਗਿਣਤੀ ਵੱਡੀ ਸੀਗੀ, ਅਸੀਂ 50-60 ਹਜ਼ਾਰ ਦੀ ਗਿਣਤੀ ਦਿੱਤੀ ਸੀਗੀ। ਹੁਣ ਸੈਨੇਟ ਦੀ ਇਸ ਕਮੇਟੀ ਨੂੰ ਜਿਹੜੇ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਮੋਹਸਨ ਨਕਵੀ ਹੋਣੇ, ਉਹਨਾਂ ਨੇ ਬਕਾਇਦਾ ਲਿਖਤੀ ਰਿਪੋਰਟ ਹੈ ਜਿਹੜੀ ਉਹ ਜਮ੍ਹਾਂ ਕਰਵਾਈ ਇਸ ਕਾਇਮਾ ਕਮੇਟੀ ਨੂੰ, ਜਿਹਦੇ ਚ ਇਹ ਦੱਸਿਆ ਗਿਆ ਕਿ ਸਾਲ 2025 ਦੇ ਮੁੱਕਣ ਤੱਕ, ਯਾਨੀ 31 ਦਸੰਬਰ ਸਾਲ 2025 ਜਦੋਂ ਮੁੱਕਿਆ ਸੀਗਾ, ਤੇ ਪਾਕਿਸਤਾਨ ਤੋਂ 73,000 ਲੋਕਾਂ ਨੂੰ ਜ਼ਿਆਦਾ ਤੋਂ ਆਫਲੋਡ ਕੀਤਾ ਗਿਆ, 73,000 ਲੋਕਾਂ ਨੂੰ। ਨਾਲ ਹੀ ਫਿਰ ਇਹਦੇ 'ਚ ਉਹਨਾਂ ਨੇ ਇਹ ਆਖਿਆ ਹੈ ਕਿ ਤਕਰੀਬਨ 45,000 ਲੋਕ ਨੇ ਜਿਹੜੇ ਉਹਨਾਂ ਨੂੰ ਟੈਕਨੀਕਲ ਕਾਰਨ ਅਸੀਂ ਆਫਲੋਡ ਕੀਤਾ ਸੀ। 28,000 ਐਸੇ ਸਨ ਜਿਨ੍ਹਾਂ ਦੇ ਕੋਲ ਕੋਈ ਕਾਗਜ਼ ਪੱਤਰ ਨੇ ਜਿਹੜੇ ਉਹਨਾਂ ਦੀ ਜਾਂਚ ਦੇ ਵਿੱਚ ਨੁਕਸ ਸੀਗਾ। ਜਦ ਕਿ ਇਸ ਰਿਪੋਰਟ 'ਚ ਇਹ ਆਖਿਆ ਗਿਆ ਕਿ ਪਿਛਲੇ 3 ਵਰਿਆਂ ਦੇ ਵਿੱਚ ਪਾਕਿਸਤਾਨ 'ਚ, ਹੁਣ ਦਿਲ ਤੇ ਹੱਥ ਰੱਖ ਕੇ ਸੁਣਨ ਵਾਲੀ ਗੱਲ ਹੈ, ਪਿਛਲੇ 3 ਵਰਿਆਂ 'ਚ ਜੀ ਪ੍ਰਵੀਨ ਦੱਸਿਆ ਗਿਆ ਕਿ ਪਾਕਿਸਤਾਨ ਤੋਂ 1,47,842 ਲੋਕ ਨੇ ਜਿਹੜੇ ਉਹਨਾਂ ਨੂੰ ਜਹਾਜ਼ 'ਚ ਬੈਠਿਆਂ ਨੂੰ ਲਾ ਕੇ ਆਖਿਆ ਕਿ ਆਜੋ ਤੁਸੀਂ ਸਫ਼ਰ ਨਹੀਂ ਕਰ ਸਕਦੇ, ਇੰਨਾ ਆਫਲੋਡ ਕੀਤਾ ਗਿਆ। ਮਤਲਬ ਕਿ ਆਪ ਉੱਥੇ ਰੋਜ਼ਗਾਰ ਨਹੀਂ ਦੇ ਸਕਦੇ, ਮਾਹੌਲ ਨਹੀਂ ਦੇ ਸਕਦੇ, ਤੇ ਜੇ ਉਹ ਲੋਕ ਉੱਥੋਂ ਨੱਸਣ ਦੀ ਕੋਸ਼ਿਸ਼ ਕਰਨ ਡੇ ਨੇ ਤੇ ਕਲੀਅਰੈਂਸ ਤੋਂ ਬਾਅਦ ਜਹਾਜ਼ 'ਚ ਬੈਠਿਆਂ ਨੂੰ ਕਿਹਾ ਜਾਂਦਾ ਕਿ ਆਜੋ ਥੱਲੇ ਤੁਸੀਂ ਸਫ਼ਰ ਨਹੀਂ ਕਰ ਸਕਦੇ। ਇਹ ਹੁਣ ਰਿਪੋਰਟ ਸਰਕਾਰੀ ਆંકੜੇ ਨੇ, ਇਹ ਕੋਈ ਦੱਸੀ ਜਾਂ ਕੋਈ ਇਲਜ਼ਾਮ ਜਾਂ ਕੋਈ ਅਫਵਾਹ ਨਹੀਂ ਕੀ ਹੈ, ਇਹ ਆਪ ਮੋਹਸਨ ਨਕਵੀ ਹੋਣਾ ਵੱਲੋਂ ਜਮ੍ਹਾਂ ਕਰਵਾਈ ਗਈ ਜਿਹੜੀ ਰਿਪੋਰਟ ਹੈ। ਇਹ ਮੈਂ ਉਹਦੇ ਆંકੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਵਾਲੀ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ, YouTube ਤੇ, ਇੰਸਟਾਗ੍ਰਾਮ ਤੇ, ਟਿਕਟੌਕ ਤੇ ਵੀ ਵੇਖ ਸਕਦੇ ਜੇ। ਔਰ ਇਹਨਾਂ ਖਬਰਾਂ ਨੂੰ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਦੇ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਆ ਤੇ ਐਡਵਰਟਾਈਜ਼ਮੈਂਟ ਜਾਂ ਸਪਾਂਸਰਸ਼ਿਪ ਵਾਸਤੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਜੇ। ਰਾਬਤੇ ਲਈ ਨੰਬਰ ਹੈ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।